10ਵੀਂ ਕਲਾਸ ਦੇ ਮੇਰੇ ਵਿਦਿਆਰਥੀਓ ਸਤੰਬਰ 2021 ਜਿਹੜੇ ਤੁਹਾਡੇ ਬਾਈ ਮੰਥਲੀ ਟੈਸਟ ਹੋ ਰਹੇ ਨੇ ਉਹਨਾਂ ਦਾ ਜਿਹੜਾ ਪੇਪਰ ਹੈ ਨੈਸ ਦੇ ਸੈਂਪਲ ਪੇਪਰ ਦੇ ਬੇਸ ਤੇ ਆਣਾ ਹੈ। ਸਰਕਾਰ ਵੱਲੋਂ ਭੇਜਿਆ ਗਿਆ ਨੈਸ ਸੈਂਪਲ ਪੇਪਰ 1 ਜਿਸ ਨੂੰ ਹੱਲ ਕਰਕੇ ਤੁਹਾਨੂੰ ਭੇਜ ਰਹੇ ਹਾਂ। ਉਮੀਦ ਹੈ ਕਿ ਇਹਦੇ ਵਿੱਚੋਂ ਬਹੁਤ ਮੈਕਸਿਮਮ ਕੁਐਸਚਨਸ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲਣਗੇ। ਇਸ ਕਰਕੇ ਇਸ ਪੇਪਰ ਨੂੰ ਧਿਆਨ ਨਾਲ ਸਮਝਣਾ ਹੈ, ਧਿਆਨ ਨਾਲ ਸੁਣਨਾ ਹੈ ਤੇ ਵੱਧ ਤੋਂ ਵੱਧ ਲਿਖ ਕੇ ਪ੍ਰੈਕਟਿਸ ਕਰਨੀ ਹੈ ਇਸ ਪੇਪਰ ਦੀ, ਕਿਉਂਕਿ 8ਵੀਂ ਕਲਾਸ ਦੇ ਪੇਪਰ ਤੇ ਸੈਂਪਲ ਪੇਪਰ ਰਾਹੀਂ ਵੀ ਪੇਪਰ ਕੁਐਸਚਨ ਆਏ ਸੀਗੇ ਪੇਪਰ ਦੇ ਵਿੱਚ। ਪਹਿਲਾ ਕੁਐਸਚਨ ਹੈ ਸਮੀਕਰਨ ਦੇ ਮੂਲ ਪਤਾ ਕਰੋ। ਯਾਦ ਰੱਖੋ ਸਮੀਕਰਨ ਦੇ ਮੂਲ ਪਤਾ ਕਰਨ ਦਾ ਫਾਰਮੂਲਾ ਸੀਗਾ -b ਪਲੱਸ ਮਾਈਨਸ ਵਰਗਮੂਲ d ਬਟਾ 2a, ਜੋ ਕਿ ਤੁਸੀਂ ਯਾਦ ਕੀਤਾ ਹੋਇਆ। ਲੇਕਿਨ ਇਹਨਾਂ ਨੇ ਕੀ ਕੀਤਾ, ਫਾਰਮੂਲਾ ਥੋੜਾ ਚੇਂਜ ਕੀਤਾ। ਇਹਨਾਂ ਨੇ ਕੀ ਕੀਤਾ -b ਪਲੱਸ ਮਾਈਨਸ ਵਰਗਮੂਲ d ਦੀ ਵੈਲਿਊ ਹੁੰਦੀ ਹੈ b ਦੀ ਘਾਤ 2 ਮਾਈਨਸ 4ac, ਪਤਾ ਹੈ ਤੁਹਾਨੂੰ, ਬਟਾ 2a। ਇਹਨਾਂ ਨੇ ਆਹ ਫਾਰਮੂਲਾ ਲਿਖ ਕੇ ਦਿੱਤਾ ਹੈ ਤੇ ਕਨਫਿਊਜ਼ ਨਹੀਂ ਹੋਣਾ। ਹੁਣ ਚੈੱਕ ਕਰੋ, ਇੱਧਰ ਮਾਈਨਸ ਨਹੀਂ ਲੱਗਾ, ਇੱਧਰ ਲੱਗਾ ਹੈ ਮਾਈਨਸ। ਇਹੀ ਤੁਹਾਡਾ ਆਂਸਰ ਹੈ, ਦੂਜਾ ਆਪਸ਼ਨ ਇਜ਼ ਦਾ ਰਾਈਟ ਆਂਸਰ। ਸੈਕਿੰਡ ਕੁਐਸਚਨ ਦੇਖੋ, ਪ੍ਰੇਖਣਾਂ ਦਾ ਮੱਧਮਾਨ। ਬੇਟਾ ਮੱਧਮਾਨ ਪਤਾ ਕਰਨ ਦਾ ਫਾਰਮੂਲਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪ੍ਰੇਖਣਾਂ ਦਾ ਜੋੜ। ਪਹਿਲਾ ਪ੍ਰੇਖਣ ਕੀ ਹੈ, x ਮਾਈਨਸ 2a ਜਮਾ, ਇੱਥੇ ਜਿੱਥੇ ਜਿੱਥੇ ਕੋਮੇ ਦਾ ਨਿਸ਼ਾਨ ਉੱਥੇ ਜਮਾ ਦਾ ਨਿਸ਼ਾਨ ਪਾਉਣਾ ਬਸ, x ਮਾਈਨਸ a ਜਮਾ x ਜਮਾ a ਫਿਰ ਜਮਾ x ਜਮਾ 2a ਬਟਾ 1 2 3 4 5। ਆਈ ਗੱਲ ਸਮਝ। ਹੁਣ ਦੇਖੋ 2a ਪਲੱਸ ਦਾ 2a ਮਾਈਨਸ ਦਾ a ਪਲੱਸ ਦਾ a ਮਾਈਨਸ ਦਾ ਕੱਟੇ ਗਏ, ਸਾਡੇ ਕੋਲ ਬਚ ਗਿਆ ਜੀ 1 2 3 4 5, 5x ਉੱਪਰ ਤੇ 5 ਥੱਲੇ, ਤੇ ਸਾਡੇ ਕੋਲ ਮੱਧਮਾਨ ਦਾ ਆਂਸਰ ਆ ਗਿਆ ਜੀ ਸਿਰਫ x, ਆਪਸ਼ਨ 1। ਇਸ ਤਰ੍ਹਾਂ ਦੂਜੇ ਕੁਐਸਚਨ ਦਾ ਆਂਸਰ ਕੀ ਆ ਗਿਆ, ਆਪਸ਼ਨ a। ਤੀਜਾ ਕੁਐਸਚਨ ਤਿਕੋਣਮਿਤੀ ਦਾ ਆ ਗਿਆ cos 30। cos 30 ਦੀ ਡਿਗਰੀ ਬੇਟਾ ਹੁੰਦੀ ਹੈ ਵਰਗਮੂਲ 3 ਬਟਾ 2, ਯਾਦ ਰੱਖਣਾ ਹੈ। cos 60 ਦੀ 1 ਬਟਾ 2, sin 30 ਦੀ 1 ਬਟਾ 2 ਔਰ sin 60 ਦੀ ਵਰਗਮੂਲ 3 ਬਟਾ 2। ਇਹਦਾ ਮਤਲਬ ਵਰਗਮੂਲ 3 ਬਟਾ 4 ਮਾਈਨਸ ਵਰਗਮੂਲ 3 ਬਟਾ 4 ਦੋਨੇ ਕੱਟ ਗਏ ਆਪਸ ਚ, ਕੀ ਬਚ ਗਿਆ, 0। ਤੇ ਤੀਜਾ ਆਪਸ਼ਨ ਤੁਹਾਡਾ ਤੀਜੇ ਕੁਐਸਚਨ ਦਾ ਆਂਸਰ ਆ ਚੁੱਕਾ ਹੈ। ਚੌਥਾ ਕੁਐਸਚਨ ਦੇਖੋ ਧਿਆਨ ਨਾਲ। ਚੌਥੇ ਕੁਐਸਚਨ ਦੇ ਵਿੱਚ ਉਹਨੇ ਕਿਹਾ ਕਿ ਜੇ ਆਹ ਵਾਲਾ ਕੋਣ, ਆਹ ਜਿਹੜਾ ਦੇਖ ਰਹੇ ਹੋ ਤੁਸੀਂ 30 ਡਿਗਰੀ ਹੈ, ਤਾਂ ਇਸ ਕੋਣ ਨੂੰ ਪਤਾ ਕਰਨਾ ਹੈ। ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਯਾਦ ਰੱਖਣਾ ਹੈ, ਇੱਦਾਂ ਦਾ ਕੁਐਸਚਨ ਬਹੁਤ ਹੀ ਸਿੰਪਲ ਕੁਐਸਚਨ ਹੈ। ਕੇਂਦਰ, ਜਿਹੜਾ ਕੇਂਦਰ ਵਾਲਾ ਕੋਣ ਹੁੰਦਾ ਨਾ, ਉਹ ਦੁੱਗਣਾ ਹੁੰਦਾ ਬੇਟਾ। ਕੇਂਦਰ ਵਾਲਾ ਕੋਣ ਦੂਜੇ ਕੋਣ ਤੋਂ ਦੁੱਗਣਾ, 2 ਗੁਣਾ, 30 ਗੁਣਾ 2, 2 ਗੁਣਾ ਸਮਝਦੇ ਹੋ ਨਾ, ਕਿੰਨਾ ਆ ਗਿਆ 60, ਤੀਜਾ ਆਪਸ਼ਨ। ਇਸ ਤੋਂ ਬਾਅਦ ਅਸੀਂ ਹੁਣ ਪੰਜਵਾਂ ਕੁਐਸਚਨ ਕਰਨ ਲੱਗੇ ਹਾਂ, ਧਿਆਨ ਨਾਲ ਦੇਖਿਓ। ਪੰਜਵੇਂ ਕੁਐਸਚਨ ਦੇ ਵਿੱਚ ਕੀ ਕਹਿ ਰਿਹਾ ਹੈ, ਬਹੁਤ ਹੀ ਇੰਪੋਰਟੈਂਟ ਕੁਐਸਚਨ। ਇੱਕ ਮੈਦਾਨ ਵਿੱਚ ਪੇਪਰ ਵਿੱਚ ਆਉਣ ਦੇ ਪੂਰੇ ਚਾਂਸ ਨੇ ਬੇਟਾ ਇਸ ਕੁਐਸਚਨ ਦੇ, ਇਸ ਕਰਕੇ ਧਿਆਨ ਨਾਲ ਦੇਖਿਓ। ਇੱਕ ਮੈਦਾਨ ਵਿੱਚ ਚਿੱਤਰ ਵਿੱਚ ਦਿਖਾਏ ਅਨੁਸਾਰ ਦੋ ਖੰਭੇ, ਆਹ ਖੰਭਾ 6 ਮੀਟਰ ਲੰਬਾ ਹੈ, ਆਹ ਖੰਭਾ 11 ਮੀਟਰ ਲੰਬਾ ਹੈ। ਜੇ ਮੈਂ ਇੱਥੋਂ ਬਿਲਕੁਲ ਸਿੱਧੀ ਇੱਕ ਲਾਈਨ ਖਿੱਚ ਦੇਵਾਂ ਤਾਂ ਫਿਰ ਕੀ ਹੋਏਗਾ, ਆਹ ਜਿਹੜੀ ਲੰਬਾਈ ਹੈ ਇਹ 6 ਰਹੇਗੀ, ਕਿਉਂਕਿ ਆਹ ਵੀ 6 ਹੈ, ਠੀਕ ਹੈ ਨਾ। ਤੇ 11, ਇਹ ਲਾਈਨ ਪੂਰੀ ਲਾਈਨ 11 ਆ, ਤੇ ਉੱਪਰਲਾ ਹਿੱਸਾ ਕਿੰਨਾ ਬਚ ਗਿਆ, 5। ਆਈ ਗੱਲ ਸਮਝ। ਤੇ ਉਹਨਾਂ ਨੇ ਕਿਹਾ ਹੇਠਲੇ BC ਕਿੰਨਾ ਹੈ, ਆਹ ਵਾਲਾ ਹਿੱਸਾ ਕਿੰਨਾ ਦਿੱਤਾ ਹੈ, 12, ਤੇ ਆਹ ਵੀ ਕਿੰਨਾ ਹੋ ਗਿਆ, 12। ਇਸ ਤਰ੍ਹਾਂ ਤੁਹਾਨੂੰ 12 ਦਾ ਵੀ ਪਤਾ ਲੱਗ ਗਿਆ, ਇਸ ਤਰ੍ਹਾਂ ਤੁਹਾਨੂੰ 5 ਦਾ ਵੀ ਪਤਾ ਲੱਗ ਗਿਆ, ਤੇ ਤੁਸੀਂ ਇਸ ਦੂਰੀ ਨੂੰ ਪਤਾ ਕਰਨਾ, ਆਹ ਵਾਲੀ ਦੂਰੀ। ਤੇ ਇੱਥੇ ਲਾਉਂਦੇ ਹਾਂ ਅਸੀਂ ਪਾਇਥਾਗੋਰਸ ਥਿਓਰਮ। ਕਿਹੜੀ ਥਿਓਰਮ ਲੱਗੇਗੀ, ਪਾਇਥਾਗੋਰਸ। h ਦੀ ਘਾਤ 2 ਬਰਾਬਰ ਹੈ p ਦੀ ਘਾਤ 2 ਜਮਾ b ਦੀ ਘਾਤ। h ਕਿੰਨਾ ਹੈ ਤੁਹਾਡੇ ਕੋਲ, x ਟੇਢੀ ਭੁਜਾ ਹੁੰਦੀ ਹੈ, ਇਹ ਟੇਢੀ ਭੁਜਾ ਨੂੰ h ਬੋਲਦੇ ਆ ਬੇਟਾ ਜੀ, ਯਾਦ ਰੱਖਣਾ ਹੈ। ਖੜਵੀ ਨੂੰ p, ਆ ਤੁਹਾਡਾ p ਹੋ ਗਿਆ 5 ਦੀ ਘਾਤ 2, ਤੇ ਲੇਟਵੀ ਨੂੰ 12 ਦੀ ਘਾਤ 2, x ਦੀ ਘਾਤ 2 ਆ ਗਿਆ ਜੀ 25 ਜਮਾ 144। ਤੇ ਸਾਰਿਆਂ ਨੂੰ ਪਤਾ ਹੈ ਕਿ 25 ਜਮਾ 144 ਕਿੰਨਾ ਹੁੰਦਾ, 169। ਤੇ 169 ਕਿੰਨਾ ਹੁੰਦਾ ਤੁਹਾਡੇ ਕੋਲ, 13 ਦੀ ਘਾਤ 2, ਘਾਤ 2 ਕੱਟੀ ਗਈ ਤਾਂ x ਕਿੰਨਾ ਆ ਗਿਆ, 13। ਇਹਦਾ ਮਤਲਬ ਸਾਡਾ ਆਪਸ਼ਨ ਕਿਹੜਾ ਆ ਗਿਆ, ਪਹਿਲਾ ਹੀ ਆਪਸ਼ਨ ਆਂਸਰ ਆ ਗਿਆ ਇਸ ਕੁਐਸਚਨ ਦਾ। ਉਮੀਦ ਹੈ ਸਮਝ ਆਏਗਾ। 6ਵਾਂ ਕੁਐਸਚਨ ਦੇਖੋ, ਜੇਕਰ a1 a2 a3 ਇੱਕ ਅੰਕਗਣਿਤਕ ਲੜੀ ਹੈ ਜਿਸ ਦਾ ਸਾਂਝਾ ਅੰਤਰ d ਹੈ, ਤਾਂ a1 a5 a9 a13 ਦਾ ਸਾਂਝਾ ਅੰਤਰ ਕੀ ਹੋਏਗਾ। ਧਿਆਨ ਨਾਲ ਦੇਖੋ, a1 ਹੁੰਦਾ ਹੈ a,
A5 ਹੁੰਦਾ ਹੈ A ਜਮਾ 4D, ਦੱਸਿਆ ਸੀ ਨਾ। 9 ਹੈ ਤਾਂ A ਜਮਾ 8D। ਹੁਣ ਦੇਖੋ ਇਹਦਾ ਅੰਤਰ ਕਰੀਏ ਤਾਂ ਸਾਡਾ ਅੰਤਰ ਆ ਰਿਹਾ ਇਹਦੇ ਵਿੱਚ 4D, 4D ਦਾ ਅੰਤਰ ਆ ਰਿਹਾ ਸਾਡੇ ਕੋਲ, ਹੈ ਨਾ। ਸਾਂਝਾ ਅੰਤਰ 16D ਹੋਏਗਾ, ਨਹੀਂ, ਗਲਤ ਹੈ ਆਪਸ਼ਨ। ਸਾਂਝਾ ਅੰਤਰ D ਹੋਏਗਾ, ਨਹੀਂ, ਸਾਂਝਾ ਅੰਤਰ 4D ਹੋਏਗਾ, ਬਿਲਕੁਲ ਠੀਕ ਹੈ, ਸਾਡਾ ਸਾਂਝਾ ਅੰਤਰ 4D ਹੀ ਆਇਆ ਹੈ। ਇਸ ਕਰਕੇ 6ਵੇਂ ਕੁਐਸਚਨ ਦਾ ਆਂਸਰ ਕੀ ਆ ਗਿਆ? ਤੀਜਾ ਆਪਸ਼ਨ। 7ਵਾਂ ਕੁਐਸਚਨ, ਇੱਕ ਸ਼ੰਕੂ ਤੇ ਇੱਕ ਸਿਲੰਡਰ ਬਰਾਬਰ ਆਧਾਰ ਤੇ ਬਰਾਬਰ ਉਚਾਈ ਦੇ ਹਨ। ਇੱਕ ਸ਼ੰਕੂ ਤੇ ਇੱਕ ਸਿਲੰਡਰ, ਉਚਾਈ ਵੀ ਬਰਾਬਰ, ਆਧਾਰ ਵੀ ਬਰਾਬਰ ਹੈ, ਤਾਂ ਉਹਨਾਂ ਦੇ ਆਇਤਨ ਦਾ ਅਨੁਪਾਤ ਕੀ ਹੋਏਗਾ? ਸ਼ੰਕੂ ਦਾ ਆਇਤਨ ਹੁੰਦਾ ਹੈ ਬੇਟਾ ਜੀ 1/3 ਪਾਈ ਆਰ ਦੀ 2h, ਤੇ ਸਿਲੰਡਰ ਦਾ ਹੁੰਦਾ ਹੈ ਪਾਈ ਆਰ ਦੀ 2h। ਹੁਣ ਤੁਸੀਂ ਦੇਖ ਸਕਦੇ ਹੋ ਤੁਹਾਡਾ ਅਨੁਪਾਤ 1:3 ਬਣੇਗਾ, ਜੋ ਕਿ ਪਹਿਲਾ ਹੀ ਆਂਸਰ ਹੈ। ਹੇਠ ਲਿਖੇ ਵਿੱਚੋਂ ਕਿਹੜਾ ਕਥਨ ਸਹੀ ਹੈ? ਉੱਪਰ ਵਾਲੀ ਚੀਜ਼ ਯਾਦ ਰੱਖਿਓ, ਸ਼ੰਕੂ ਤੇ ਸਿਲੰਡਰ ਦੇ ਆਇਤਨ ਵਿੱਚ ਹਮੇਸ਼ਾ 1:3 ਦਾ ਹੀ ਅੰਤਰ ਹੁੰਦਾ ਹੈ। ਦੋ ਆਪਰਿਮੇय ਸੰਖਿਆਵਾਂ ਦਾ ਜੋੜ ਪਰਿਮੇਯ ਹੋਵੇਗਾ, ਗਲਤ। ਅਪਰਿਮੇਯ ਸੰਖਿਆਵਾਂ ਨੂੰ ਜੋੜਾਂਗੇ ਤਾਂ ਅਪਰਿਮੇਯ ਹੀ ਆਏਗਾ, ਇਹ ਨਹੀਂ ਹੋ ਸਕਦਾ। ਦੋ ਅਪਰਿਮੇਯ ਸੰਖਿਆਵਾਂ ਦਾ ਗੁਣਨਫਲ ਹਮੇਸ਼ਾ ਅਪਰਿਮੇਯ ਹੁੰਦਾ ਹੈ, ਇਹ ਵੀ ਗਲਤ। ਦੋ ਅਪਰਿਮੇਯ ਸੰਖਿਆਵਾਂ ਨੂੰ ਜੇ ਗੁਣਾ ਕਰੀਏ ਤਾਂ ਪਰਿਮੇਯ ਸੰਖਿਆ ਵੀ ਆ ਸਕਦਾ ਹੈ। ਹਰੇਕ ਵਾਸਤਵਿਕ ਸੰਖਿਆ ਇੱਕ ਪਰਿਮੇਯ ਸੰਖਿਆ ਹੁੰਦੀ ਹੈ, ਇਹ ਵੀ ਗਲਤ ਬੇਟਾ, ਕਿਉਂਕਿ ਵਾਸਤਵਿਕ ਸੰਖਿਆਵਾਂ ਦੇ ਵਿੱਚ ਅਪਰਿਮੇਯ ਸੰਖਿਆਵਾਂ ਵੀ ਹੁੰਦੀ ਹੈ। ਹਰੇਕ ਵਾਸਤਵਿਕ ਸੰਖਿਆ ਇੱਕ ਪਰਿਮੇਯ ਜਾਂ ਅਪਰਿਮੇਯ ਸੰਖਿਆ ਹੁੰਦੀ ਹੈ, ਬਿਲਕੁਲ ਸਹੀ। ਐਵਰੀ ਰੀਅਲ ਨੰਬਰ ਇਜ਼ ਅ ਰੈਸ਼ਨਲ ਔਰ ਇਰੈਸ਼ਨਲ, ਬਿਲਕੁਲ ਸਹੀ, ਕਿਉਂਕਿ ਰੀਅਲ ਨੰਬਰ ਜੋ ਹੁੰਦੇ ਨੇ ਬੇਟਾ ਉਹ ਰੈਸ਼ਨਲ ਔਰ ਇਰੈਸ਼ਨਲ ਦਾ ਕੰਬੀਨੇਸ਼ਨ ਹੁੰਦੇ ਨੇ। ਇਸ ਕਰਕੇ ਚੌਥਾ ਆਪਸ਼ਨ ਬਿਲਕੁਲ ਸਹੀ ਹੈ 8ਵੇਂ ਕੁਐਸਚਨ ਦਾ। 9ਵਾਂ ਕੁਐਸਚਨ ਦੇਖੋ, A ਦਿੱਤਾ ਗਿਆ, B ਦਿੱਤਾ ਗਿਆ, C ਦਿੱਤਾ ਗਿਆ, LCM ਪਤਾ ਕਰਨਾ। ਤੁਹਾਨੂੰ ਦੱਸਿਆ ਸੀ LCM ਕਿੱਦਾਂ ਪਤਾ ਕਰਦੇ ਹਾਂ, ਧਿਆਨ ਨਾਲ ਦੇਖਣਾ ਹੈ। 2 3 2 3 5 ਤੇ 3 ਤੇ 5, ਘਾਤ n ਪਤਾ ਕਰਨੀ ਹੈ, ਦੇਖੋ ਠੀਕ ਹੈ। LCM ਕਿੰਨਾ ਦਿੱਤਾ, ਦੇਖੋ 2 ਦੇ ਉੱਪਰ ਘਾਤ 3 ਹੈ, 2 ਦੇ ਉੱਪਰ ਘਾਤ 3, 2 ਦੇ ਉੱਪਰ 3 ਦੇ ਉੱਪਰ ਘਾਤ 2, ਤੇ ਇੱਥੇ 3 ਦੇ ਉੱਪਰ n ਹੈ, n ਕਿੰਨਾ ਹੋਏਗਾ? ਕਿੰਨਾ ਹੀ ਸੌਖਾ ਸਵਾਲ ਹੈ ਬੇਟਾ, n ਦੀ ਵੈਲਿਊ ਹੋਈ 2। ਯਾਦ ਰੱਖੋ, ਜਿਹੜੀ ਘਾਤ ਤੈਨੂੰ ਲੱਗੀ ਹੈ ਉਹੀ ਘਾਤ ਦਊਂਗਾ ਨਾ ਤੈਨੂੰ, ਠੀਕ ਹੈ, ਇਸ ਕਰਕੇ 2 ਘਾਤ ਹੋਈ। 10ਵਾਂ ਕੁਐਸਚਨ, ਸ਼ਿਫਰ ਬਹੁਪਦ ਦੀ ਘਾਤ, what is the degree of a zero polynomial not defined, ਪਰਿਭਾਸ਼ਿਤ ਨਹੀਂ। ਗੱਲ ਦਾ ਧਿਆਨ ਰੱਖਿਓ, ਜ਼ੀਰੋ ਪੋਲੀਨੋਮੀਅਲ ਦੀ ਕੋਈ ਡਿਗਰੀ ਨਹੀਂ ਹੁੰਦੀ। ਬਹੁਪਦ ਦੀਆਂ ਸ਼ਿਫਰਾਂ ਦੀ ਗਿਣਤੀ ਕਿੰਨੀ ਹੋਏਗੀ? ਘਾਤ ਕਿੰਨੀ ਹੈ? 2 ਹੈ, ਸ਼ਿਫਰ ਦੀ ਗਿਣਤੀ ਵੀ 2 ਹੋਏਗੀ। ਦੈਟਸ ਵੈਰੀ ਈਜ਼ੀ ਕੁਐਸਚਨ। ਦੋ ਚਲਾਂ ਵਾਲੀ ਰੇਖੀ ਸਮੀਕਰਨ ਦੇ ਕਿੰਨੇ ਹੱਲ ਹੋ ਸਕਦੇ ਹਨ? ਅਨੇਕ ਬੇਟਾ, ਦੋ ਚਲਾਂ ਵਾਲੀ ਰੇਖੀ ਸਮੀਕਰਨ ਦੇ ਕਿੰਨੇ ਹੱਲ ਹੁੰਦੇ ਨੇ? ਅਨੇਕ ਹੱਲ ਹੁੰਦੇ ਨੇ। ਸਮੀਕਰਨਾਂ ਦਾ ਗ੍ਰਾਫ ਕਿਉਂ ਜਿਹਾ ਹੋਵੇਗਾ? ਦੇਖੋ ਧਿਆਨ ਨਾਲ, 6x - 2y = 9 = 0, 3x - 1y = 12 = 0। ਕਿੱਦਾਂ ਕਰਦੇ ਹਾਂ ਅਸੀਂ? 6/3 2/1 ਮਾਈਨਸ ਮਾਈਨਸ ਕੱਟੇ ਗਏ ਨਾ, 9/12। ਹੁਣ ਤੁਸੀਂ ਪਹਿਲਾਂ 2 ਦੇ ਵਿਚਕਾਰ ਬਰਾਬਰ ਆਏਗਾ ਕਿ ਨਹੀਂ ਆਏਗਾ? ਦੇਖੋ 6 × 6 3 ਦੂਣੀ 6 ਬਰਾਬਰ ਆਏਗਾ। ਇੱਧਰ ਬਰਾਬਰ ਨਹੀਂ ਆ ਰਿਹਾ, ਪਹਿਲੇ ਬਰਾਬਰ ਆ ਗਿਆ, ਦੂਜੇ ਬਰਾਬਰ ਨਹੀਂ ਆਇਆ, ਇਹਦਾ ਮਤਲਬ ਕੋਈ ਹੱਲ ਨਹੀਂ, ਸਮਾਂਤਰ ਰੇਖਾਵਾਂ ਹੋਣਗੀਆਂ। ਠੀਕ ਹੈ ਬੇਟਾ, ਯਾਦ ਰੱਖਣਾ ਹੈ, ਜਦੋਂ ਪਹਿਲੇ 'ਚ ਬਰਾਬਰ ਆ ਜਾਵੇ ਦੂਜੇ 'ਚ ਨਾ ਆਵੇ ਤਾਂ ਇਹਨੂੰ ਬੋਲਦੇ ਸਮਾਂਤਰ ਰੇਖਾਵਾਂ, ਤੇ ਜੇ ਸਾਰੇ ਬਰਾਬਰ ਆ ਜਾਂਦੇ ਨੇ ਤਾਂ ਫਿਰ ਬੋਲਦੇ ਸੰਪਾਤੀ ਰੇਖਾਵਾਂ। 14ਵਾਂ ਕੁਐਸਚਨ ਦੇਖੋ, 14ਵੇਂ ਸਵਾਲ 'ਚ ਜੇ 3 ਬਿੰਦੂ ਸਮਰੇਖੀ ਹੋਣ ਤਾਂ ਇਹਨਾਂ ਬਿੰਦੂਆਂ ਦੁਆਰਾ ਬਣੇ ਤ੍ਰਿਕੋਣ ਦਾ ਖੇਤਰਫਲ ਕਿੰਨਾ ਹੁੰਦਾ ਹੈ? 0। ਠੀਕ ਹੈ, ਹੁਣ ਸਵਾਲ ਪੁੱਠਾ ਵੀ ਪੁੱਛ ਸਕਦਾ ਹੈ, ਜੇ ਕਿ 3 ਬਿੰਦੂਆਂ ਤੋਂ ਬਣੇ ਤ੍ਰਿਕੋਣ ਦਾ ਖੇਤਰਫਲ 0 ਹੋਵੇ ਤਾਂ ਉਹ ਬਿੰਦੂ ਕੀ ਹੁੰਦੇ ਨੇ? ਸਮਰੇਖੀ। ਸਵਾਲ ਦੋਨੋਂ ਤਰ੍ਹਾਂ ਦੇ ਪੁੱਛੇ ਜਾ ਸਕਦੇ ਨੇ, ਯਾਦ ਰੱਖੋ, ਸਮਰੇਖੀ ਬਿੰਦੂ ਜਿਹੜੇ ਹੁੰਦੇ ਨੇ ਜੋ ਇੱਕ ਲਾਈਨ ਬਣਾਉਂਦੇ ਨੇ, ਤੇ ਜੋ ਬਿੰਦੂ ਇੱਕ ਲਾਈਨ ਬਣਾ ਰਹੇ ਨੇ ਸਮਰੇਖੀ ਨੇ, ਉਹਨਾਂ ਦਾ ਖੇਤਰਫਲ 0 ਹੋਵੇਗਾ, ਤੇ ਜਿਨ੍ਹਾਂ ਦਾ ਖੇਤਰਫਲ 0 ਹੈ ਉਹ ਬਿੰਦੂ ਸਮਰੇਖੀ ਹੋਣ। ਅਗਲਾ ਕੁਐਸਚਨ ਦੇਖੋ, ਬਿੰਦੂ P ਦੀ ਮੂਲ ਬਿੰਦੂ ਤੋਂ ਦੂਰੀ, ਦੇਖੋ ਧਿਆਨ ਰੱਖੋ, ਬਿੰਦੂ P ਹੈ ਤੁਹਾਡੇ ਕੋਲ ਆਹ ਵਾਲਾ। ਹੁਣ ਇਹਦੇ ਚੋਂ 3 ਕੁਐਸਚਨ ਬਣ ਸਕਦੇ ਨੇ। ਦੂਰੀ ਪਤਾ ਕਰਨੀ ਹੈ x ਧੁਰੇ ਤੋਂ, y ਧੁਰੇ ਤੋਂ ਜਾਂ ਮੂਲ ਬਿੰਦੂ ਤੋਂ। ਹੁਣ ਇਹਨੇ ਸਵਾਲ ਜਿਹੜਾ ਦਿੱਤਾ ਹੈ ਸਾਨੂੰ, ਕੀ ਦਿੱਤਾ ਹੈ? ਮੂਲ ਬਿੰਦੂ ਤੋਂ। ਠੀਕ ਹੈ, ਜੇ x ਧੁਰੇ ਤੋਂ ਪੁੱਛਦਾ ਤਾਂ ਆਂਸਰ ਆਉਣਾ ਸੀ y ਵਾਲਾ 8, ਜੇ y ਧੁਰੇ ਤੋਂ ਪੁੱਛਦਾ ਤਾਂ ਆਂਸਰ ਆਉਣਾ ਸੀ x ਵਾਲਾ, ਮਤਲਬ 6, ਮਾਈਨਸ ਦਾ ਨਿਸ਼ਾਨ ਨਹੀਂ ਲੱਗਣਾ।
ਜੇ ਮੂਲ ਬਿੰਦੂ ਤੋਂ ਪੁੱਛਿਆ ਤਾਂ ਕਿੱਦਾਂ ਕਰਨਾ ਹੈ, ਮੂਲ ਬਿੰਦੂ 'ਚ ਪਹਿਲੇ ਰਕਮ ਦੀ ਘਾਤ 2 ਜਮਾ ਦੂਜੀ ਰਕਮ ਦੀ ਘਾਤ 6 ਛਿਕਾ 36 ਅੱਠੂ ਅਠਾ 64 ਦਾ ਵਰਗਮੂਲ 100 ਦਾ ਵਰਗਮੂਲ 10 ਯਾਦ ਰੱਖਣਾ ਹੈ। ਇਹ 3 ਸਵਾਲ ਹੁੰਦੇ ਨੇ, ਤੁਹਾਨੂੰ ਪੇਪਰ 'ਚ ਕੋਈ ਵੀ ਆ ਸਕਦਾ ਹੈ। ਫਿਲਹਾਲ ਆਇਆ ਮੂਲ ਬਿੰਦੂ ਤੋਂ, ਇਸ ਕਰਕੇ ਇਸ ਸਵਾਲ ਦਾ ਆਂਸਰ ਕੀ ਮੰਨਿਆ ਜਾਏਗਾ, 10 ਇਕਾਈਆਂ। ਜੇਕਰ x ਧੁਰੇ ਤੋਂ ਆਉਂਦਾ ਤਾਂ 8 ਆਂਸਰ ਆਉਣਾ ਸੀਗਾ, ਜੇ y ਧੁਰੇ ਤੇ ਆਉਂਦਾ ਤਾਂ 6 ਆਂਸਰ ਆਉਣਾ ਸੀਗਾ। ਪੇਪਰ ਦੇ ਵਿੱਚ ਇਹਨਾਂ ਦਿਨਾਂ 'ਚੋਂ ਕੋਈ ਇੱਕ ਸਵਾਲ ਪੱਕਾ ਆ ਸਕਦਾ ਬੇਟਾ। ਅਗਲਾ ਦੇਖੋ, ਦਿੱਤੇ ਚਿੱਤਰ ਵਿੱਚ A ਤੋਂ ਕਿੰਨੀਆਂ ਸਪਰਸ਼ ਰੇਖਾਵਾਂ ਖਿੱਚੀਆਂ ਜਾ ਸਕਦੀਆਂ ਨੇ। A ਬਿੰਦੂ ਤੋਂ ਬੇਟਾ ਜੀ ਕਿੰਨੀਆਂ ਇੱਕ ਬਿੰਦੂ ਦੇ ਉੱਤੇ ਕਿੰਨੀਆਂ ਸਪਰਸ਼ ਰੇਖਾਵਾਂ ਖਿੱਚੀਆਂ ਜਾ ਸਕਦੀਆਂ, ਤੁਸੀਂ ਆਪਣੇ ਆਪ ਸਿਰਫ ਇੱਕ ਹੀ ਟੇਂਜੈਂਟ ਬਣਾ ਸਕਦੇ ਹਾਂ ਬੇਟਾ ਇੱਕ ਪੁਆਇੰਟ ਦੇ ਉੱਤੇ, ਠੀਕ ਹੈ ਨਾ, ਤਾਂ ਓਨਲੀ ਵਨ ਟੇਂਜੈਂਟ। 17ਵਾਂ ਕੁਐਸਚਨ ਦੇਖੋ, ਜੇ ਇੱਕ ਰੇਖਾ ਇੱਕ ਚੱਕਰ ਨੂੰ ਦੋ ਵੱਖ-ਵੱਖ ਬਿੰਦੂਆਂ ਤੇ ਕੱਟਦੀ ਹੈ, ਦੇਖੋ ਧਿਆਨ ਨਾਲ, ਇੱਕ ਚੱਕਰ ਹੈ, ਇੱਕ ਰੇਖਾ ਦੋ ਵੱਖ-ਵੱਖ ਬਿੰਦੂ ਤੇ ਕੱਟ ਕੇ ਚਲੀ ਗਈ, ਇਹਨੂੰ ਬੋਲਦੇ ਹਾਂ ਛੇਦਕ ਰੇਖਾ। If a line intersects a circle at two distinct points, then this line is called secant. ਵੱਡੇ ਤੋਂ ਵੱਡੇ ਸ਼ੰਕੂ ਦਾ ਆਇਤਨ ਕੀ ਹੋਵੇਗਾ ਜਿਸ ਨੂੰ ਅਰਧਵਿਆਸ r ਅਤੇ ਇੱਕ ਠੋਸ ਅਰਧ ਗੋਲੇ ਵਿੱਚੋਂ ਕੱਟਿਆ ਜਾ ਸਕਦਾ ਹੈ। ਇੱਕ ਅਰਧ ਗੋਲਾ ਬੇਟਾ ਦੇਖ ਸਕਦੇ ਹੋ ਤੁਸੀਂ, ਅਰਧ ਗੋਲਾ ਇਸ ਤਰ੍ਹਾਂ ਦਾ ਹੁੰਦਾ ਹੈ। ਉਸ ਤੋਂ ਵਿੱਚ ਅਸੀਂ ਵੱਡੇ ਤੋਂ ਵੱਡਾ ਸ਼ੰਕੂ ਤਾਂ ਇਹੀ ਕੱਟ ਸਕਦੇ ਹਾਂ ਬੇਟਾ। ਦੇਖੋ, ਇਹਦਾ ਮਤਲਬ ਉਸ ਸ਼ੰਕੂ ਦੀ r ਵੀ ਅਰਧਵਿਆਸ ਵੀ r ਹੋਏਗੀ ਤੇ ਉਚਾਈ ਵੀ r ਹੀ ਹੋਏਗੀ। ਤਾਂ ਉਸਦਾ ਆਇਤਨ ਕੀ ਹੁੰਦਾ ਹੈ ਸ਼ੰਕੂ ਦਾ, ਤੁਹਾਨੂੰ ਪਤਾ ਹੈ 4/3 ਪਾਈ r ਦੀ 3। ਤੇ ਸ਼ੰਕੂ ਦਾ ਆਇਤਨ ਸਾਡੇ ਕੋਲ ਕੀ ਹੁੰਦਾ ਹੈ 1/3 ਪਾਈ r ਦੀ 2h। ਹੁਣ ਇੱਥੇ h ਵੀ ਆ ਰਹੀ ਹੈ, ਤਾਂ ਆਂਸਰ ਕੀ ਆਏਗਾ, ਪਾਈ r ਦੀ ਘਾਤ 2 ਤੇ ਇੱਕ 3/3, ਪਾਈ r ਦੀ ਘਾਤ 3/3। ਲਓ ਜੀ, ਸਾਡੇ ਕੋਲ ਦੂਜਾ ਆਪਸ਼ਨ ਆ ਗਿਆ। ਜੇ ਕਿਸੇ ਗੋਲੇ ਦਾ ਅਰਧਵਿਆਸ ਅੱਧਾ ਰਹਿ ਜਾਵੇ ਤਾਂ ਉਸਦਾ ਆਇਤਨ ਕੀ ਹੋ ਜਾਵੇਗਾ। ਧਿਆਨ ਨਾਲ ਸੁਣੋ, if the radius of a sphere becomes 3 times, ਕੁਐਸਚਨ ਦੇ ਵਿੱਚ ਪ੍ਰੋਬਲਮ ਹੈ ਬੇਟਾ, ਉੱਪਰ ਅੱਧਾ ਕਹਿ ਰਿਹਾ ਹੈ, ਥੱਲੇ 3 times ਕਹਿ ਰਿਹਾ ਹੈ, ਇਸ ਕਰਕੇ ਇਸ ਕੁਐਸਚਨ ਨੂੰ ਅਜੇ ਫਿਲਹਾਲ ਛੱਡ ਦਿੱਤਾ ਜਾਵੇ, that's better। ਅਗਲਾ ਕੁਐਸਚਨ ਦੇਖੋ, ਹੇਠ ਲਿਖੇ ਵਿੱਚੋਂ ਕਿਹੜੀ ਅਪਰਿਮੇਯ ਸੰਖਿਆ ਹੈ। ਅਪਰਿਮੇਯ ਸੰਖਿਆ ਉਹ ਸੰਖਿਆ ਹੁੰਦੀ ਹੈ ਜਿਹਦੇ ਵਿੱਚ ਭਾਗ ਖਤਮ ਨਹੀਂ ਹੁੰਦੀ ਤੇ ਬਰਾਬਰ ਸੇਮ ਅੱਖਰ ਵੀ ਨਹੀਂ ਹੁੰਦੇ। ਦੇਖੋ ਇੱਥੇ ਸੇਮ ਆ ਰਹੇ 14 14 14, ਇੱਥੇ ਵੀ ਸੇਮ 4 4 4 4 4, ਇੱਥੇ ਸੇਮ ਨਹੀਂ ਹੈਗੇ, ਤੇ ਇਹ ਸਾਡੀ ਕੀ ਹੈ, ਅਪਰਿਮੇਯ ਸੰਖਿਆ ਹੈ। ਹੇਠ ਲਿਖੇ ਵਿੱਚੋਂ ਕਿਹੜਾ ਵਿਅੰਜਕ ਬਹੁਪਦ ਹੈ, which of the following expression is a polynomial, ਜਿਹਦੇ ਵਿੱਚ x ਵਰਗਮੂਲ ਦੇ ਵਿੱਚ ਨਹੀਂ ਹੈ। ਇੱਥੇ ਦੇਖੋ ਵਰਗਮੂਲ ਦੇ ਵਿੱਚ x ਹੈ, ਇੱਥੇ ਵੀ ਹੈ, ਇੱਥੇ x ਬਟੇ ਵਿੱਚ ਆ ਗਿਆ, ਤਾਂ ਇਹ ਵੀ ਬਹੁਪਦ ਨਹੀਂ ਹੈ, ਇਹ ਵੀ ਬਹੁਪਦ ਨਹੀਂ ਹੈ, ਇਹ ਵੀ ਬਹੁਪਦ ਨਹੀਂ ਹੈ, ਇਹੀ ਤੁਹਾਡੀ ਬਹੁਪਦ ਹੋ ਸਕਦੀ ਹੈ। ਤੇ ਇਸ ਤਰ੍ਹਾਂ ਸਾਡੇ 21 ਸਵਾਲ ਕੰਪਲੀਟ ਹੋ ਚੁੱਕੇ ਨੇ ਬੇਟਾ। 22ਵਾਂ ਸਵਾਲ ਦੇਖੋ ਧਿਆਨ ਨਾਲ। 22ਵਾਂ ਕੁਐਸਚਨ ਦੇਖੋ ਬੇਟਾ, ਬਿੰਦੂ 2,3 ਦੋ ਚਲਾਂ ਵਾਲੀਆਂ ਕਿੰਨੀਆਂ ਰੇਖੀ ਸਮੀਕਰਨਾਂ ਦਾ ਹੱਲ ਹੋ ਸਕਦਾ ਹੈ। Point 2,3 is the solution of how many linear equations? ਅਨੰਤ ਬੇਟਾ, infinite solutions। ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਦੋ ਚਲਾਂ ਵਾਲੀ ਸਮੀਕਰਨਾਂ ਦੇ ਅਨੇਕ ਸੋਲੂਸ਼ਨ ਹੋ ਸਕਦੇ ਨੇ, ਤਾਂ ਇੱਕ ਸੋਲੂਸ਼ਨ ਦੇ ਅਨੇਕ ਸਮੀਕਰਨਾਂ ਵੀ ਹੋ ਸਕਦੀਆਂ ਨੇ। ਜੇ ਤ੍ਰਿਭੁਜ ਆਪਸ ਵਿੱਚ ਸਰਬੰਕਸਮ ਹੋਣ ਤਾਂ ਕਿਹੜਾ ਕਥਨ ਸਹੀ ਨਹੀਂ ਹੈ। ਦੇਖੋ ਧਿਆਨ ਨਾਲ, ਕਿਹੜਾ ਕਥਨ ਸਹੀ ਨਹੀਂ ਹੈ, B ਤੇ C ਦੂਜਾ ਤੀਜਾ ਅੱਖਰ ਹੈ। ਦੇਖੋ ਧਿਆਨ ਨਾਲ, B ਤੇ C ਦੂਜਾ ਤੇ ਤੀਜਾ ਹੈ, ਤੇ P ਤੇ Q ਪਹਿਲਾ ਦੂਜਾ ਹੈ, ਇਹ ਤਾਂ ਗਲਤ ਹੋ ਗਿਆ। A ਤੇ C ਪਹਿਲਾ ਤੀਜਾ, ਬਾਕੀ ਇਹ ਵੀ ਸਹੀ ਹੈ, ਇਹ ਵੀ ਸਹੀ ਹੈ, ਇਹ ਵੀ ਸਹੀ ਹੈ, ਤਾਂ ਮਤਲਬ ਉਹਨੇ ਇਹੀ ਪੁੱਛਿਆ ਕਿਹੜਾ ਸਹੀ ਨਹੀਂ ਹੈ, ਤੇ ਸਾਡੇ ਕੋਲ ਆਪਸ਼ਨ ਕਿਹੜਾ ਆ ਗਿਆ, ਪਹਿਲਾ ਨੰਬਰ ਸਾਡਾ ਆਪਸ਼ਨ ਆ ਗਿਆ। ਸਮਝ ਲੱਗੀ ਕਿੱਦਾਂ ਪਤਾ ਲੱਗਾ, ਜੋ ਸੀਕੁਐਂਸ ਤੁਹਾਨੂੰ ਖੱਬੇ ਪਾਸੇ ਦਿੱਤੀ ਜਾਂਦੀ ਹੈ ਉਹੀ ਸੀਕੁਐਂਸ ਸੱਜੇ ਪਾਸੇ ਹੋਣੀ ਚਾਹੀਦੀ ਹੈ। ਮਤਲਬ ਜੇ B ਤੇ C ਦੂਜੇ ਤੀਜੇ ਨੰਬਰ ਤੇ ਲਿਖੇ ਹੈ ਤਾਂ P Q ਵੀ ਦੂਜੇ ਤੀਜੇ ਨੰਬਰ ਤੇ ਹੋਣੇ ਚਾਹੀਦੇ ਸੀਗੇ, ਨਹੀਂ ਸੀਗੇ, ਇਸ ਕਰਕੇ ਇਹ ਆਪਸ਼ਨ ਗਲਤ ਹੈ। ਉਹਨੇ ਵੀ ਇਹ ਪੁੱਛਿਆ ਕਿਹੜੀ ਆਪਸ਼ਨ ਤੁਹਾਨੂੰ ਸਹੀ ਨਹੀਂ ਦਿੱਤੀ। 24ਵਾਂ ਕੁਐਸਚਨ, ਇੱਕ ਸਮਭੁਜੀ ਤ੍ਰਿਕੋਣ ਦਾ ਖੇਤਰਫਲ ਇਹਨਾਂ ਦਿੱਤਾ ਹੈ, ਉਸਦਾ ਪਰਿਮਾਪ ਪਤਾ ਕਰੋ। ਹੁਣ ਤੁਹਾਨੂੰ ਯਾਦ ਕਰਾਇਆ ਗਿਆ ਹੈ ਕਿ ਸਮਭੁਜੀ ਤ੍ਰਿਭੁਜ ਦਾ ਖੇਤਰਫਲ ਹੁੰਦਾ ਹੈ 3 √3 ਬਟਾ 4 a ਦੀ 2, ਜੋ ਸਾਨੂੰ ਦਿੱਤਾ ਗਿਆ ਹੈ 36 √3। ਵਰਗਮੂਲ 3 ਨਾਲ ਵਰਗਮੂਲ 3 ਕੱਟਿਆ ਗਿਆ, ਤਾਂ a ਦੀ ਘਾਤ 2 ਕਿਹਦੇ ਬਰਾਬਰ ਆ ਗਿਆ, a ਦੀ ਘਾਤ 2 ਆ ਗਿਆ ਜੀ 36 × 4 144 ਦੇ। ਤੇ 144 ਕੀ ਹੁੰਦਾ ਹੈ, 12 ਦੀ ਘਾਤ 2। ਇਹਦਾ ਮਤਲਬ ਇਹ ਕਿੰਨਾ ਆ ਗਿਆ, 12 ਆ ਗਿਆ। ਹੁਣ ਪਰਿਮਾਪ ਦਾ ਫਾਰਮੂਲਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਇੱਕ ਤ੍ਰਿਭੁਜ ਹੈ 3 ਗੁਣਾ ਭੁਜਾ ਹੁੰਦਾ ਹੈ, 3 × 12 12 ਤੀਆ 36 ਤੁਹਾਡਾ ਆਂਸਰ ਆ ਗਿਆ ਸਵਾਲ ਦਾ।
ਤੇ ਆਪਸ਼ਨ ਨੰਬਰ ਆ ਗਿਆ ਤੁਹਾਡੇ ਕੋਲ ਪਹਿਲਾ। 25ਵਾਂ ਸਵਾਲ ਦੇਖੋ, ਕਿਹੜੀਆਂ ਚੌਥਾਈਆਂ ਵਿੱਚ ਭੁਜ ਹਮੇਸ਼ਾ ਧਨਾਤਮਕ ਹੁੰਦਾ ਹੈ? ਪਹਿਲੀ ਚੌਥਾਈ ਵਿੱਚ ਹਨਾ, ਆ ਪਲੱਸ ਪਲੱਸ ਹੁੰਦਾ ਹੈ, ਇੱਧਰ ਮਾਈਨਸ ਪਲੱਸ ਮਾਈਨਸ ਮਾਈਨਸ ਪਲੱਸ ਮਾਈਨਸ, ਇਹਨੂੰ ਕਹਿੰਦੇ ਆ ਭੁਜ, ਪਹਿਲੇ ਵਾਲੇ। ਤੇ ਭੁਜ ਕਿਹੜੀ ਚ ਧਨਾਤਮਕ ਹੈ, ਪੋਜ਼ਿਟਿਵ ਹੈ? ਪਹਿਲੀ ਤੇ ਚੌਥੀ ਦੇ ਵਿੱਚ। ਤੀਜਾ ਆਪਸ਼ਨ ਇਜ਼ ਦਾ ਰਾਈਟ ਆਂਸਰ। ਜੇਕਰ 14 ਸੰਖਿਆਵਾਂ ਦਾ ਮੱਧਮਾਨ 38 ਹੈ, ਇਹਨੂੰ ਗੁਣਾ ਕਰ ਦਿਓ। 14 ਸੰਖਿਆਵਾਂ ਦਾ ਮੱਧਮਾਨ ਕਿੰਨਾ ਹੈ? 38। ਤਾਂ ਕੀ ਫਾਰਮੂਲਾ ਦੱਸਿਆ ਸੀ ਤੁਹਾਨੂੰ? 14 ਨੂੰ 38 ਨਾਲ ਗੁਣਾ ਕਰਨਾ ਹੁੰਦਾ ਹੈ ਬੇਟਾ ਜੀ। ਪਤਾ ਲੱਗਿਆ ਕਿ ਸੰਖਿਆ 56 ਨੂੰ 49 ਦੇ ਰੂਪ ਵਿੱਚ ਗਲਤ ਪੜ੍ਹਿਆ ਗਿਆ। ਮਤਲਬ 56 ਪੜ੍ਹਨਾ ਸੀ, 49 ਪੜ੍ਹ ਲਿਆ, ਤੁਸੀਂ 49 ਨੂੰ ਘਟਾ ਦੇਣਾ ਹੈ, ਜੋ ਗਲਤ ਪੜ੍ਹਿਆ ਗਿਆ, ਜੋ ਸਹੀ ਪੜ੍ਹਨਾ ਸੀ ਉਹਨੂੰ ਜੋੜ ਦੇਣਾ ਹੈ, ਬਟਾ ਸੰਖਿਆਵਾਂ ਕਿੰਨੀਆਂ ਸੀਗੀਆਂ? 14 ਨਾਲ ਭਾਗ ਕਰ ਦੇਣਾ। ਇਹ ਫਾਰਮੂਲਾ ਯਾਦ ਰੱਖ ਲਓ। ਕਿੱਦਾਂ? 14 ਸੰਖਿਆਵਾਂ ਦਾ ਮੱਧਮਾਨ ਜੇ 38 ਹੈ ਤਾਂ 14 ਨੂੰ 38 ਨਾਲ ਗੁਣਾ ਕਰੋ, ਫਿਰ ਜਿਹੜੀ ਗਲਤੀ ਨਾਲ ਲਿਖੀ ਗਈ ਉਹਨੂੰ ਮਾਈਨਸ ਕਰ ਦਿਓ, ਜਿਹੜੀ ਚਾਹੀਦੀ ਸੀ ਉਹਨੂੰ ਪਲੱਸ ਕਰ ਦਿਓ। ਤੇ ਭਾਗ ਕਿਹਦੇ ਨਾਲ ਕਰਨਾ ਹੈ? 14 ਨਾਲ ਕਰਨਾ ਹੈ, ਕਿਉਂਕਿ ਸੰਖਿਆਵਾਂ 14 ਸੀਗੀਆਂ। ਫਿਰ ਗੁਣਾ ਕਰਦੇ ਹਾਂ 38 ਨੂੰ 14 ਨਾਲ। ਪੰਜ ਸੌ 32 ਆ ਗਿਆ ਬੇਟਾ। ਦੇਖੋ ਬੇਟਾ, ਪਹਿਲਾਂ ਅਸੀਂ ਗੁਣਾ ਕੀਤਾ 532, ਉਹ 'ਚੋਂ 49 ਨੂੰ ਘਟਾਇਆ ਤੇ 56 ਨੂੰ ਜੋੜਿਆ ਤਾਂ 539 ਆ ਗਏ। 539 ਨੂੰ 14 ਨਾਲ ਭਾਗ ਕੀਤਾ, 38.5 ਸਾਡਾ ਕੀ ਆ ਗਿਆ? ਆਂਸਰ, ਸਹੀ ਮੱਧਮਾਨ। ਅਗਲਾ ਕੁਐਸਚਨ ਦੇਖੋ, 27ਵਾਂ ਕੁਐਸਚਨ। ਅੰਗਰੇਜ਼ੀ ਵਰਣਮਾਲਾ ਵਿੱਚੋਂ ਅਚਾਨਕ ਇੱਕ ਅੱਖਰ ਚੁਣੇ ਜਾਣ ਤੇ ਅੰਗਰੇਜ਼ੀ ਵਰਣਮਾਲਾ 'ਚ ਟੋਟਲ ਅੱਖਰ 26 ਹੁੰਦੇ, ਇਸ ਕਰਕੇ ਇਹਦੇ 'ਚ 26 ਆਉਣਾ ਹੈ। ਸਵਰ, ਸਵਰ ਮਤਲਬ ਵੋਵਲਸ। ਵੋਵਲਸ ਕਿੰਨੇ ਹੁੰਦੇ ਨੇ? A E I O U, 5 ਵੋਵਲ। ਆਂਸਰ ਕੀ ਆ ਗਿਆ? 5/26। ਠੀਕ ਹੈ ਨਾ। ਸਭ ਤੋਂ ਲੰਬੀ ਛੱਤ ਦੀ ਲੰਬਾਈ 10 ਗੁਣਾ 10 ਗੁਣਾ 5 ਦੇ ਕਮਰੇ ਵਿੱਚ ਰੱਖੀ ਜਾ ਸਕਦੀ ਹੈ। ਇੱਕ ਛੜ ਬੇਟਾ, ਇੱਕ ਕਮਰੇ ਦੇ ਵਿੱਚ ਜੋ ਛੜ ਰੱਖਦੇ ਆ ਨਾ ਆਪਾਂ, ਸਭ ਤੋਂ ਵੱਡੀ, ਉਹ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਰੱਖੀ ਜਾ ਸਕਦੀ ਹੈ, ਤੇ ਉਹਨੂੰ ਕਹਿੰਦੇ ਆ ਕਮਰੇ ਦਾ ਵਿਕਰਨ। ਉਹਦਾ ਫਾਰਮੂਲਾ ਹੁੰਦਾ ਹੈ ਵਰਗਮੂਲ L ਦੀ ਘਾਤ 2 ਜਮਾ B ਦੀ ਘਾਤ 2 ਜਮਾ H ਦੀ ਘਾਤ 2। ਯਾਦ ਰੱਖਿਓ, ਵਰਗਮੂਲ 10 ਦੀ ਘਾਤ 2 100, ਫਿਰ 10 ਦੀ ਘਾਤ 2 100, ਫਿਰ 5 ਦੀ 25, ਤੇ ਵਰਗਮੂਲ 225 ਹੁੰਦਾ ਹੈ 15 ਦਾ ਵਰਗਮੂਲ। ਤੇ 15 ਮੀਟਰ ਲੰਬੀ ਛੜ ਰੱਖੀ ਜਾ ਸਕਦੀ ਹੈ ਉਸ ਕਮਰੇ ਦੇ ਵਿੱਚ। 29ਵਾਂ ਕੁਐਸਚਨ ਦੇਖੋ, 8 ਮੀਟਰ ਲੰਬੀ 6 ਮੀਟਰ ਉੱਚੀ ਕੰਧ ਨੂੰ ਬਣਾਉਣ ਲਈ ਕਿੰਨੀਆਂ ਇੱਟਾਂ ਦੀ ਲੋੜ ਪਵੇਗੀ ਜੇ ਇੱਕ ਇੱਟ ਦੀ ਡਾਇਮੈਂਸ਼ਨ ਦਿੱਤੀ ਹੈ? ਤਾਂ ਕੁਛ ਨਹੀਂ ਕਰਨਾ, ਕਮਰੇ ਦਾ ਆਇਤਨ ਉੱਪਰ ਰੱਖਣਾ ਹੈ ਬੇਟਾ, ਛੱਤ ਦਾ 8 ਗੁਣਾ 6 ਗੁਣਾ 8 ਮੀਟਰ 'ਚ ਹੈ, 6 ਵੀ ਮੀਟਰ 'ਚ ਹੈ, 22.5 ਸੈਂਟੀਮੀਟਰ ਦੇ ਵਿੱਚ ਹੈ। ਇਹਨੂੰ ਠੀਕ ਕਰਨਾ ਪੈਣਾ ਸਾਨੂੰ ਬੇਟਾ। ਛੱਤ ਦੀ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ, ਆਇਤਨ ਉੱਪਰ ਰੱਖਿਆ, ਤੇ ਇੱਟ ਦੀ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ ਨੂੰ ਨੀਚੇ ਰੱਖਦੇ ਹੋਏ ਆਂਸਰ ਕਿੰਨਾ ਆ ਗਿਆ? 6400। ਇਹ ਤੁਹਾਡਾ ਆਂਸਰ ਹੋਏਗਾ। 30ਵਾਂ ਕੁਐਸਚਨ ਦੇਖੋ, 30ਵਾਂ ਕੁਐਸਚਨ ਦੇਖੋ, ਦਿੱਤੇ ਗਏ ਆંકੜਿਆਂ ਵਿੱਚੋਂ ਜੇ ਅਸੀਂ ਅਧਿਕਤਮ ਤੇ ਨਿਊਨਤਮ ਪ੍ਰੇਖਣ ਨੂੰ ਛੱਡ ਦੇਈਏ ਤਾਂ ਕਿਸ ਦਾ ਮੁੱਲ ਨਹੀਂ ਬਦਲਦਾ? ਦੇਖੋ, ਸਭ ਤੋਂ ਪਹਿਲਾ ਤੇ ਸਭ ਤੋਂ ਅਖੀਰਲਾ ਅੱਖਰ ਜੇ ਛੱਡ ਵੀ ਦਈਏ ਤੇ ਜਿਹੜਾ ਮੱਧਿਕਾ ਹੁੰਦੀ ਹੈ ਨਾ, ਉਹ ਵਿਚਕਾਰ ਹੁੰਦੀ ਹੈ ਬੇਟਾ, ਤੇ ਮੱਧਿਕਾ ਨੂੰ ਕਦੇ ਕੋਈ ਫਰਕ ਨਹੀਂ ਪੈਂਦਾ, ਮੱਧਮਾਨ ਵੀ ਚੇਂਜ ਹੋ ਜਾਂਦਾ ਕਿਉਂਕਿ ਜੋੜ ਕਰਨੀ ਹੁੰਦੀ ਹੈ। ਵਿਚਲਨ ਸੀਮਾ ਤਾਂ ਕੱਢ ਹੀ ਨਹੀਂ ਪਾਵਾਂਗੇ ਤੇ ਬਹੁਲਕ ਵੀ ਚੇਂਜ ਹੋ ਜਾਏਗਾ। ਇਸ ਕਰਕੇ ਸਿਰਫ ਮੱਧਿਕਾ ਹੈ, ਜਿਹਨੂੰ ਮੋਢਲੇ ਤੇ ਅਖੀਰਲੇ ਅੱਖਰ ਨਾਲ ਕੋਈ ਮਤਲਬ ਨਹੀਂ, ਉਹ ਵਿਚਕਾਰਲਾ ਅੱਖਰ ਹੁੰਦਾ ਹੈ। ਇਸ ਕਰਕੇ 30ਵੇਂ ਕੁਐਸਚਨ ਦਾ ਆਂਸਰ ਕੀ ਹੋਏਗਾ? ਸੈਕਿੰਡ ਆਪਸ਼ਨ ਮੱਧਿਕਾ। ਫਰੋਮ ਅ ਗਿਵਨ ਡਾਟਾ ਇਫ ਵੀ ਐਕਸਕਲੂਡ ਮਤਲਬ ਛੱਡ ਦੇਣਾ, ਐਕਸਟ੍ਰੀਮ ਆਬਜ਼ਰਵੇਸ਼ਨ ਸਭ ਤੋਂ ਲਾਸਟ ਵਾਲੀ ਤੇ ਫਰੰਟ ਵਾਲੀ ਸਭ ਤੋਂ ਪਹਿਲਾਂ। ਠੀਕ ਹੈ। 31ਵਾਂ ਸਵਾਲ, ਜੇਕਰ ਸਮੀਕਰਨ ਦੀਆਂ ਮੂਲਾਂ ਦਾ ਜੋੜਫਲ ਉਸਦੇ ਗੁਣਨਫਲ ਦੇ ਬਰਾਬਰ ਹੋਵੇ। ਦੇਖੋ, ਜੋੜਫਲ ਦਾ ਫਾਰਮੂਲਾ ਤੁਹਾਨੂੰ ਮੈਂ ਦੱਸਿਆ ਸੀਗਾ ਕਿ 2/k ਹੁੰਦਾ ਹੈ। ਧਿਆਨ ਦੇਖਿਓ, ਇੱਥੇ ਬੇਟਾ ਘਾਤ 2 ਹੈ, ਮਿਸਪ੍ਰਿੰਟਿੰਗ ਹੈ ਕੁਐਸਚਨ ਦੇ ਵਿੱਚ, ਘਾਤ 2 ਲੱਗਣੀ ਹੈ, ਇਸ ਗੱਲ ਦਾ ਧਿਆਨ ਰੱਖਿਓ। ਹੁਣ ਜੋੜਫਲ ਦਾ ਫਾਰਮੂਲਾ ਕੀ ਹੋਇਆ? 2/k ਮਾਈਨਸ ਦਾ, ਕਿਉਂਕਿ ਸਾਈਨ ਚੇਂਜ ਹੁੰਦਾ ਹੈ। ਗੁਣਨਫਲ ਦਾ ਫਾਰਮੂਲਾ ਹੈ 3k/k। k ਨਾਲ ਕੀ ਕੱਟਿਆ ਗਿਆ? k ਉੱਪਰ 3 ਥੱਲੇ, ਤਾਂ k ਦਾ ਮੁੱਲ ਆ ਗਿਆ -2/3, ਜੋ ਕਿ ਤੁਹਾਡਾ ਆਂਸਰ ਹੈ ਚੌਥਾ ਆਪਸ਼ਨ। ਯਾਦ ਰੱਖਿਓ, ਜਦੋਂ ਵੀ ਜੋੜਫਲ ਪਤਾ ਕਰਦੇ ਆ ਤਾਂ ਦੂਜੀ ਬਟਾ ਪਹਿਲੀ ਰੱਖਦੇ ਆ ਤੇ ਸਾਈਨ ਚੇਂਜ ਕਰਦੇ ਆ। ਗੁਣਨਫਲ ਦੇ ਵਿੱਚ ਤੀਜੀ ਦੇ ਨਾਲ ਪਹਿਲਾਂ ਰੱਖਦੇ ਆ ਤੇ ਸਾਈਨ ਚੇਂਜ ਨਹੀਂ ਕਰਦੇ। 32ਵਾਂ ਸਵਾਲ, ਇਸ ਸਮੇਂ ਵਿੱਚ ਅੰਕ ਗਣਿਤਕ ਲੜੀ ਹੈ ਤਾਂ x3 ਦਾ ਮੁੱਲ ਕੀ ਹੋਵੇਗਾ? x3 ਦਾ ਪੁੱਛਿਆ ਬੇਟਾ ਵਾਲਾ। ਠੀਕ ਹੈ, ਤੁਸੀਂ ਦੇਖੋ, ਪਹਿਲੀ ਸਮੀਕਰਨ 4 ਹੈ, ਪਹਿਲਾ ਅੱਖਰ 4 ਹੈ, ਫਿਰ ਲਾਸਟ ਵਿੱਚ 28 ਹੈ,
ਇਹਨੂੰ ਅਸੀਂ ਲਿਖਦੇ ਹਾਂ a, ਇਹਨੂੰ ਕਹਿੰਦੇ ਹਾਂ a ਜਮਾ d, ਇਹਨੂੰ a ਜਮਾ 2d, ਇਹਨੂੰ a ਜਮਾ 3d ਤੇ ਇਹਨੂੰ a ਜਮਾ 4d। ਠੀਕ ਹੈ ਨਾ। ਹੁਣ ਸਾਨੂੰ a ਜਮਾ 4d ਕਿੰਨਾ ਮਿਲ ਗਿਆ 28, ਤੇ a ਕਿੰਨਾ ਸਾਡੇ ਕੋਲ 4, 4 ਉੱਧਰ ਜਾ ਕੇ ਮਾਈਨਸ ਹੋ ਗਿਆ, 28 ਚੋਂ 4 ਘਟਾਓ ਤੇ 4d ਆ ਗਿਆ ਜੀ 24 ਦੇ ਬਰਾਬਰ, ਤਾਂ d ਆ ਗਿਆ 6 ਦੇ ਬਰਾਬਰ। ਹੁਣ ਅਸੀਂ ਕੱਢਣਾ ਹੈ x3, x3 ਦਾ ਫਾਰਮੂਲਾ ਅਸੀਂ ਲਿਖ ਚੁੱਕੇ ਹਾਂ। x3 ਦਾ ਫਾਰਮੂਲਾ ਹੈ a ਜਮਾ 3d, a ਸਾਡੇ ਕੋਲ 4 ਤੇ d ਅਸੀਂ 6 ਕੱਢਿਆ ਹੈ, 4 ਜਮਾ 18 22, ਇਹਦਾ ਮਤਲਬ ਸਾਡੇ ਕੋਲ x3 ਦਾ ਮੁੱਲ 22 ਆਏਗਾ, ਜੋ ਕਿ ਤੀਜਾ ਆਪਸ਼ਨ। ਸਮਝ ਆ ਗਈ। ਇਸ ਤਰ੍ਹਾਂ ਅਸੀਂ ਕੱਢਿਆ, ਇਹਨੂੰ a ਬੋਲਦੇ ਹਾਂ, ਇਹਨੂੰ a ਜਮਾ d, ਇਹਨੂੰ a ਜਮਾ 2d, a ਜਮਾ 3d, a ਜਮਾ 4d, ਤੇ ਆਪਾਂ ਸਵਾਲ ਨੂੰ ਹੱਲ ਕੀਤਾ ਹੈ। 33ਵਾਂ ਕੁਐਸਚਨ ਹੈ, ਜੇ ਇੱਕ ਟਾਵਰ ਦੇ ਆਧਾਰ ਤੋਂ ਇੱਕ ਸਰਲ ਰੇਖਾ ਵਿੱਚ a ਤੇ b ਦੂਰੀ ਤੇ ਸਥਿਤ ਦੋ ਬਿੰਦੂਆਂ ਤੋਂ ਟਾਵਰ ਦੇ ਸਿਖਰ ਦੇ ਉਚਾਨ ਕੋਣ ਪੂਰਕ ਹਨ, ਤਾਂ ਟਾਵਰ ਦੀ ਉਚਾਈ ਪਤਾ ਕਰੋ। ਯਾਦ ਰੱਖਿਓ, if the angle of elevation of the top of the tower from the 2 points at a distance a and b from the base, ਇਹ ਲਾਈਨ ਜ਼ਰੂਰ ਦੇਖ ਲਿਓ, from the base, ਤਾਂ ਹਮੇਸ਼ਾ ਆਂਸਰ ਵਰਗਮੂਲ ab ਹੋਏਗਾ ਪੱਕਾ। 34ਵਾਂ ਕੁਐਸਚਨ ਦੇਖੋ, ਬਹੁਤ ਹੀ ਇੰਪੋਰਟੈਂਟ ਕੁਐਸਚਨ, ਕੱਲ ਦੇ ਐਗਜ਼ਾਮ ਦੇ ਵਿੱਚ, ਜਦੋਂ ਵੀ ਤੁਹਾਡਾ ਇਹ ਪੇਪਰ ਹੈ ਸਤੰਬਰ ਐਗਜ਼ਾਮ ਦੇ ਵਿੱਚ ਆਉਣ ਦਾ ਪੂਰਾ ਚਾਂਸ ਹੈ ਇਸ ਕੁਐਸਚਨ ਦਾ, ਯਾਦ ਰੱਖਣਾ ਹੈ। ਖੇਤਰਫਲ ਦਾ ਅਨੁਪਾਤ ਹੈ 9/4, ਅਸੀਂ 9/4 ਲਿਖਣਾ ਹੈ, ਬਰਾਬਰ ਹੈ AB ਉੱਪਰ ਹੈ ਨਾ, ਤੇ ਉੱਪਰ ਅਸੀਂ 18 ਲਿਖਣਾ ਹੈ, AB ਫਸਟ ਸੈਕਿੰਡ ਹੈ, ਤੇ ਇੱਧਰ PQ ਲਿਖਣਾ ਹੈ x। ਯਾਦ ਰੱਖੋ, ਬਸ ਕੁਛ ਨਹੀਂ ਕਰਨਾ ਹੈ, 9/4 ਦੇ ਸਾਹਮਣੇ 18 ਲਿਖਣਾ ਕਿੱਥੇ ਹੈ, ਇਹ ਤੁਸੀਂ ਦੇਖਣਾ ਬਸ, ਕਿ ਜਿਹੜਾ AB ਹੈ ਉੱਪਰ ਵਾਲੇ ਦੀ ਭੁਜਾ ਹੈ ਜਾਂ ਥੱਲੇ ਵਾਲੇ ਦੀ ਭੁਜਾ ਹੈ। ਜੇ A ਤੇ B ਉੱਪਰ ਵਾਲੇ ਦੀ ਭੁਜਾ ਹੈ ਤਾਂ 18 ਉੱਪਰ ਲਿਖਣਾ ਹੈ, ਜੇ ਥੱਲੇ ਵਾਲੀ ਭੁਜਾ ਹੈ ਤਾਂ ਥੱਲੇ ਲਿਖਣਾ ਹੈ। ਹੁਣ ਕੀ ਕਰਨਾ ਹੈ, ਸਿੰਪਲ ਕ੍ਰਾਸ ਮਲਟੀਪਲਾਈ, ਕਿੱਦਾਂ ਆਏਗਾ, 9 ਗੁਣਾ x ਬਰਾਬਰ 18 ਗੁਣਾ 4, 9x ਬਰਾਬਰ 72, x ਆ ਗਿਆ 72/9, ਠੀਕ ਹੈ ਨਾ। ਤਾਂ 9 8 72, x ਦਾ ਮੁੱਲ ਕਿੰਨਾ ਆ ਗਿਆ ਸਾਡੇ ਕੋਲ 8 ਸੈਂਟੀਮੀਟਰ। ਅਖੀਰਲਾ ਕੁਐਸਚਨ ਹੈ 35ਵਾਂ ਇਸ ਸੈਂਪਲ ਪੇਪਰ ਦਾ, ਬਹੁਤ ਹੀ ਇੰਪੋਰਟੈਂਟ ਸੈਂਪਲ ਪੇਪਰ ਹੈ ਬੇਟਾ। ਜੇ ਕੋਈ ਵੀ ਤੁਹਾਨੂੰ ਦਿੱਕਤ ਆਉਂਦੀ ਹੈ, ਕੋਈ ਵੀ ਕੁਆਰੀ ਹੈ, ਤਾਂ ਤੁਸੀਂ ਇਸ ਨੰਬਰ ਤੇ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ। ਜਦ 10ਵੀਂ 6ਵੀਂ ਤੋਂ ਲੈ ਕੇ 10ਵੀਂ ਕਲਾਸ ਤੱਕ ਮੈਥ ਵਿਸ਼ੇ ਦੀ ਕੋਈ ਵੀ ਚੈਪਟਰ ਦੀ ਵੀਡੀਓ ਪ੍ਰਾਪਤ ਕਰ ਸਕਦੇ ਹੋ ਮੈਸੇਜ ਕਰਕੇ, PDF ਪ੍ਰਾਪਤ ਕਰ ਸਕਦੇ ਹੋ, ਠੀਕ ਹੈ। ਹੁਣ ਕੁਐਸਚਨ ਹੈ ਕਿ n ਮਾਈਨਸ ਦਿਸ, ਜਿੱਥੇ n ਇੱਕ ਧਨਾਤਮਕ ਸੰਖਿਆ ਹੈ, ਦਾ ਮੁੱਲ ਕੀ ਹੋਵੇਗਾ। ਦੇਖੋ, ਮੈਂ n ਲਿਖ ਲਿਆ, ਮਾਈਨਸ ਦਾ ਨਿਸ਼ਾਨ ਪਾ ਲਿਆ, 2 ਵੀ ਲਿਖ ਲਿਆ, n + 1 ਵੀ ਲਿਖ ਲਿਆ। ਇਹਦਾ ਜੋ ਫਾਰਮੂਲਾ ਹੈ ਨਾ, ਉਹ ਹੁੰਦਾ ਹੈ n, ਜੋ ਵੀ ਤੁਹਾਡੇ ਕੋਲ ਹੈਗਾ ਇੱਥੇ ਉਹ ਲਿਖ ਲਓ, ਫਿਰ ਇੱਕ ਵਧਾ ਕੇ ਲਿਖੋ, n ਜਮਾ 1 ਦੇ ਵਿੱਚ 1 ਵਧਾਊਂਗਾ ਤਾਂ n ਜਮਾ 2 ਹੋ ਗਿਆ। ਯਾਦ ਰੱਖੋ, ਫਾਰਮੂਲਾ ਕੀ ਹੁੰਦਾ ਹੈ, ਅਖੀਰਲੀ ਰਕਮ ਦੇ ਵਿੱਚ 1 ਵਧਾ ਕੇ ਲਿਖਣਾ ਹੁੰਦਾ ਹੈ, ਪਹਿਲਾਂ ਅਖੀਰਲੀ ਰਕਮ ਲਿਖਣੀ ਹੁੰਦੀ ਹੈ, ਫਿਰ 1 ਜੋੜ ਕੇ ਲਿਖਣਾ ਹੁੰਦਾ ਬਟਾ 2। ਇਸ 2 ਨਾਲ ਇਹ 2 ਗਿਆ, ਇਹਦੇ ਨਾਲ ਇਹ ਗਿਆ, ਬਚਿਆ ਕੌਣ, n ਬਚਿਆ, ਫਿਰ ਮਾਈਨਸ ਦੇ n ਬਚੇ, ਮਾਈਨਸ ਦੇ 2, ਸਾਡੇ ਕੋਲ ਆਂਸਰ ਆ ਗਿਆ ਜੀ ਸਿਰਫ ਔਰ ਸਿਰਫ ਮਾਈਨਸ ਦਾ 2, ਆਪਸ਼ਨ ਡੀ। ਇਸ ਤਰ੍ਹਾਂ ਸਾਡਾ ਪੂਰਾ ਸੈਂਪਲ ਪੇਪਰ ਕੰਪਲੀਟ ਹੋ ਚੁੱਕਾ ਹੈ। ਉਮੀਦ ਹੈ ਤੁਹਾਨੂੰ ਸਮਝ ਵੀ ਆਇਆ ਹੋਵੇਗਾ, ਤੇ ਤੁਸੀਂ ਵਧੀਆ ਤਰੀਕੇ ਨਾਲ ਇਸ ਦੀ ਤਿਆਰੀ ਕਰਦੇ ਹੋਏ ਆਪਣੇ ਪੇਪਰ ਨੂੰ ਵਧੀਆ ਤਰੀਕੇ ਨਾਲ ਕਰੋਗੇ। ਤੇ ਮੇਰੇ ਚੈਨਲ ਨੂੰ ਬੇਟਾ ਸਬਸਕ੍ਰਾਈਬ ਜ਼ਰੂਰ ਕਰ ਦਿਓ, ਤਾਂ ਕਿ ਮੇਰੇ ਦੁਆਰਾ ਜਿਹੜਾ ਦੂਜਾ ਸੈਂਪਲ ਪੇਪਰ ਹੈ, ਜਿਹੜੀ ਵੀਡੀਓ ਤੁਹਾਡੀ ਬਣਾਈ ਜਾਏਗੀ, ਤੁਹਾਨੂੰ ਆਪਣੇ ਆਪ ਹੀ ਤੁਹਾਡੇ ਫੋਨ ਤੇ ਸ਼ੋ ਹੋ ਸਕੇ। ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਬੇਟਾ, ਤੇ ਲਾਈਕ ਵੀ ਕਰ ਲਿਓ ਜੇ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ।